ਬਾਪ ਬੇਟਾ ਤੇ ਰੂਪਾ ਨਾਮ ਤੇ ਆਮੀਨ। ਸਭ ਭੈਣ ਭਰਾ में यीशु मसीह ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ, ਅੱਜ ਦਾ ਸਮਾਂ ਤੈਅ ਕਿ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾ ਨੂੰ ਅਕਲ ਬੁੱਧੀ ਗਿਆਨ ਦੇਵੇ, ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਕਿ ਅਸੀਂ ਪ੍ਰਭੂ ਦੇ ਪਵਿੱਤਰ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਿਤਰ ਬਾਈਬਲ ਚੋਂ ਰੂਥ ਚੈਪਟਰ 2 1 ਤੋਂ 3 ਆਇਤਾਂ, 8 ਤੋਂ 11 ਆਇਤਾਂ, ਫਿਰ ਚੈਪਟਰ 4 13 ਤੋਂ 17 ਆਇਤਾਂ ਪੜ੍ਹਾਂਗੇ। ਰੂਥ ਚੈਪਟਰ 2 verses 1 till 3, verses 8 till 11, Ruth chapter 4 verses 13 till 17, Ruth gleans and Boaz fields। ਰੂਥ ਦਾ ਬੋਇਜ਼ ਦੇ ਖੇਤ ਵਿੱਚ ਜਾਣਾ। ਨੋਮੀ ਦਾ ਉਸ ਦੇ ਪਤੀ ਅਲੀਮਲਕ ਵੱਲੋਂ ਇੱਕ ਸੰਬੰਧੀ ਸੀ ਜਿਸ ਦਾ ਨਾਂ ਬੋਇਜ਼ ਸੀ। ਉਹ ਧਨੀ ਅਤੇ ਇੱਜ਼ਤਦਾਰ ਆਦਮੀ ਸੀ। ਰੂਥ ਨੇ ਨੋਮੀ ਨੂੰ ਕਿਹਾ, ਮਾਂ ਜੀ, ਮੈਨੂੰ ਖੇਤਾਂ ਵਿੱਚ ਜਾਣ ਦੀ ਆਗਿਆ ਦਿਓ ਕਿ ਮੈਂ ਜਾ ਕੇ ਸਿੱਟੇ ਚੁਣਾਂ। ਮੈਂ ਬਿਨਾਂ ਕਿਸੇ ਦੀ ਆਗਿਆ ਦੇ ਕਿਸੇ ਦੇ ਖੇਤ ਵਿੱਚੋਂ ਸਿੱਟੇ ਨਹੀਂ ਚੁਣਾਂਗੀ। ਨੋਮੀ ਨੇ ਉੱਤਰ ਦਿੱਤਾ, ਧੀਏ ਜਾ। ਸੋ ਰੂਥ ਸੰਜੋਗਵਸ ਅਲੀਮਲਕ ਦੇ ਸੰਬੰਧੀ ਬੋਇਜ਼ ਦੇ ਖੇਤ ਵਿੱਚ ਗਈ ਅਤੇ ਵਾਢਿਆਂ ਦੇ ਪਿੱਛੇ ਪਿੱਛੇ ਸਿੱਟੇ ਚੁਣ ਲੱਗੀ। ਫਿਰ ਬੋਇਜ਼ ਨੇ ਰੂਥ ਨੂੰ ਕਿਹਾ, ਬੀਬੀ ਸੁਣ, ਤੂੰ ਕਿਸੇ ਹੋਰ ਦੇ ਖੇਤ ਵਿੱਚ ਸਿੱਟੇ ਚੁਣ ਨਾ ਜਾਣਾ, ਇੱਥੋਂ ਹੀ ਚੁਣਨਾ, ਇੱਥੇ ਹੀ ਸਾਡੀਆਂ ਕੁੜੀਆਂ ਨਾਲ ਕੰਮ ਕਰ, ਵਾਢਿਆਂ ਦੇ ਪਿੱਛੇ ਪਿੱਛੇ ਰਹਿ ਕੇ ਸਿੱਟੇ ਚੁਣਨਾ। ਮੈਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਉਹ ਤੈਨੂੰ ਕਿਸੇ ਤਰ੍ਹਾਂ ਵੀ ਤੰਗ ਨਾ ਕਰਨ। ਜਦੋਂ ਵੀ ਤੈਨੂੰ ਤੇ ਲੱਗੇ, ਜਾ ਕੇ ਭਾਂਡੇ ਵਿੱਚੋਂ ਪਾਣੀ ਪੀਣਾ ਜੋ ਕਾਮਿਆਂ ਨੇ ਭਰਿਆ ਹੈ। ਇਸ 'ਤੇ ਰੂਥ ਨੇ ਧਰਤੀ 'ਤੇ ਮੱਥਾ ਟੇਕਦੇ ਹੋਏ ਬੋਇਜ਼ ਨੂੰ ਕਿਹਾ, ਤੁਸੀਂ ਮੇਰੇ 'ਤੇ ਅਰਥਾਤ ਇੱਕ ਪਰਦੇਸਣ 'ਤੇ ਇੰਨੇ ਦਿਆਲੂ ਕਿਉਂ ਹੋ? ਬੋਇਜ਼ ਨੇ ਉੱਤਰ ਦਿੱਤਾ, ਮੈਨੂੰ ਉਹ ਸਭ ਜੋ ਤੂੰ ਆਪਣੀ ਸੱਸ ਨਾਲ ਆਪਣੇ ਘਰ ਵਾਲੇ ਦੇ ਮਰ ਜਾਣ ਪਿੱਛੋਂ ਕੀਤਾ ਹੈ ਦੱਸਿਆ ਗਿਆ ਹੈ। ਮੈਂ ਜਾਣਦਾ ਹਾਂ ਕਿ ਕਿਸ ਤਰ੍ਹਾਂ ਤੂੰ ਆਪਣੇ ਮਾਂ ਪਿਓ ਅਤੇ ਦੇਸ਼ ਨੂੰ ਛੱਡ ਕੇ ਉਹਨਾਂ ਲੋਕਾਂ ਵਿੱਚ ਰਹਿਣ ਲੱਗ ਆਈ ਹਾਂ ਜਿਨ੍ਹਾਂ ਬਾਰੇ ਤੂੰ ਕੁਝ ਵੀ ਨਹੀਂ ਜਾਣਦੀ ਸੀ। ਤਦ ਬੋਇਜ਼ ਰੂਥ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਵਿਆਹ ਕਰ ਲਿਆ। ਫਿਰ ਰੂਥ ਬੋਇਜ਼ ਤੋਂ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਇਸ 'ਤੇ ਔਰਤਾਂ ਨੇ ਨਾਓਮੀ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ, ਪ੍ਰਭੂ ਦੀ ਵਡਿਆਈ ਹੋਵੇ, ਉਸਨੇ ਤੈਨੂੰ ਇੱਕ ਪੋਤੇ ਦੇ ਰਾਹੀਂ ਬਰਕਤ ਦਿੱਤੀ ਹੈ। ਪ੍ਰਭੂ ਕਰੇ ਕਿ ਇਹ ਮੁੰਡਾ ਇਸਰਾਏਲ ਵਿੱਚ ਤੇਰਾ ਨਾਂ ਪੈਦਾ ਕਰੇ। ਇਹ ਤੇਰੇ ਲਈ ਨਵੇਂ ਜੀਵਨ ਦਾ ਕਾਰਨ ਹੋਵੇ ਅਤੇ ਤੇਰੇ ਬੁਢਾਪੇ ਦਾ ਸਹਾਰਾ ਬਣੇ। ਤੇਰੀ ਨੂੰਹ 7 ਪੁੱਤਰਾਂ ਤੋਂ ਚੰਗੀ ਹੈ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਤੈਨੂੰ ਪਿਆਰ ਕਰਦੀ ਹੈ। ਨਾਓਮੀ ਨੇ ਬੱਚੇ ਨੂੰ ਲੈ ਕੇ ਆਪਣੀ ਗੋਦ ਵਿੱਚ ਪਾ ਲਿਆ ਅਤੇ ਉਸ ਦੀ ਦੇਖਭਾਲ ਆਪਣੇ ਜ਼ਿੰਮੇ ਲੈ ਲਈ। ਨਾਓਮੀ ਦੀਆਂ ਗੁਆਂਢਣਾਂ ਨੇ ਮੁੰਡੇ ਦਾ ਨਾਂ ਇਹ ਕਹਿੰਦਿਆਂ ਕਿ ਨਾਓਮੀ ਦੇ ਘਰ ਇੱਕ ਪੁੱਤਰ ਜੰਮਿਆ, ਓਬੇਦ ਰੱਖਿਆ। ਅੱਗੇ ਜਾ ਕੇ ਓਬੇਦ ਯੱਸੀ ਦਾ ਪਿਤਾ ਬਣਿਆ ਅਤੇ ਯੱਸੀ ਦਾਊਦ ਦਾ ਪਿਤਾ ਬਣਿਆ।
ਆਮੇਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪਿਤਾ ਪਰਮੇਸ਼ਰ, ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ। ਪਿਤਾ ਪਰਮੇਸ਼ਰ, ਥੈਂਕ ਯੂ। ਮੇਰੇ ਭੈਣ ਪ੍ਰਭੂ, ਇਹਨਾਂ ਵਚਨਾਂ ਨੂੰ ਪੜ੍ਹਨ ਤੋਂ ਸਾਨੂੰ ਪਤਾ ਲੱਗਦਾ ਕਿ ਰੂਥ ਆਪਣੀ ਸੱਸ ਕੋਲੋਂ ਆਗਿਆ ਲੈ ਕੇ ਬਾਹਰ ਖੇਤਾਂ ਵਿੱਚ ਛਿੱਟੇ ਚੁਗਣ ਚਲੀ ਗਈ। ਜਿੱਥੇ ਵੀ ਪਰਮੇਸ਼ਰ ਨੇ ਉਸ ਨੂੰ ਘੱਲਿਆ, ਇਹ ਪਰਮੇਸ਼ਰ ਦਾ ਹੀ ਪਲਾਨ ਸੀ ਕਿ ਰੂਥ ਨੂੰ ਉਹ ਕਿਸ ਤਰ੍ਹਾਂ ਬਰਕਤ ਦੇਵੇ। ਪਰਮੇਸ਼ਰ ਕਿਸੇ ਨੂੰ ਵੀ ਬਰਕਤ ਦੇ ਸਕਦਾ ਹੈ ਜਦੋਂ ਅਸੀਂ ਆਪਣੀਆਂ ਲੋੜਾਂ ਇਮਾਨਦਾਰੀ ਨਾਲ ਉਸ ਦੇ ਸਾਹਮਣੇ ਰੱਖਦੇ ਹਾਂ। ਜਿਸ ਤਰ੍ਹਾਂ ਪਰਮੇਸ਼ਰ ਨੇ ਰੂਥ ਨੂੰ ਬਰਕਤ ਦਿੱਤੀ, ਪਰਮੇਸ਼ਰ ਕਿਸੇ ਨੂੰ ਵੀ ਬਰਕਤ ਬਲੈਸ ਕਰ ਸਕਦਾ ਹੈ। ਰੂਥ ਸਖਤ ਮਿਹਨਤ ਕਰਨ ਵਾਲੀ, ਵਫਾਦਾਰ ਅਤੇ ਬਹਾਦਰ ਸੀ। ਸਾਡੀ ਮਸ਼ਹੂਰੀ ਜਾਂ ਸਾਡਾ ਚੰਗਾ ਨਾਮ ਲੋਕਾਂ ਦੁਆਰਾ ਬਣਦਾ ਹੈ ਜਦੋਂ ਸਾਨੂੰ ਘਰ ਜਾਂ ਕੰਮ ਉੱਤੇ ਜਾਂ ਚਰਚ ਵਿੱਚ ਦੇਖਦੇ ਹਨ। ਚੰਗਾ ਕਰੈਕਟਰ ਸਾਨੂੰ ਸਾਡੇ ਵਿਸ਼ਵਾਸ ਅਤੇ ਪਰਿਵਾਰ ਤੋਂ ਵੀ ਮਿਲਦਾ ਹੈ। ਪਰਮੇਸ਼ਰ ਇਹ ਨਹੀਂ ਦੇਖਦਾ ਕਿ ਅਸੀਂ ਕਿਸ ਕੌਮ ਵਿੱਚੋਂ ਹਾਂ। ਰੂਥ ਆਪਣੀ ਸੱਸ ਨਯੋਮੀ ਨੂੰ ਬਹੁਤ ਪਿਆਰ ਕਰਦੀ ਸੀ। ਪਰਮੇਸ਼ਰ ਨੇ ਨਯੋਮੀ ਨੂੰ ਦੁੱਖਾਂ ਦੀ ਘੜੀ ਵਿੱਚ 7 ਪੁੱਤਰਾਂ ਤੋਂ ਵੱਧ ਮਹਾਨ ਬਰਕਤ ਦਿੱਤੀ, ਅਸੀਸ ਦਿੱਤੀ। ਨਯੋਮੀ ਨੇ ਦੁੱਖ ਸਮੇਂ ਵੀ ਪਰਮੇਸ਼ਰ ਵਿੱਚ ਵਿਸ਼ਵਾਸ ਕੀਤਾ। ਸਾਨੂੰ ਵੀ ਸਾਡੇ ਦੁੱਖਾਂ ਮੁਸ਼ਕਲਾਂ ਵਿੱਚ ਪਰਮੇਸ਼ਰ ਬਰਕਤਾਂ ਦੇ ਸਕਦਾ ਹੈ ਅਤੇ ਸਖਤ ਸਮੇਂ ਵਿੱਚ ਵੀ ਸਾਡੇ ਨਾਲ ਹੋਵੇਗਾ। ਰੂਥ ਦੀ ਕਿਤਾਬ ਵਿੱਚ ਰਿਕਾਰਡ ਕੀਤਾ ਗਿਆ ਹੈ ਕਿ ਰੂਥ ਰਾਜਾ ਦਾਊਦ ਦੇ ਜਨਮ ਅਤੇ ਯਿਸੂ ਦੇ ਜਨਮ ਵਿੱਚ ਪਰਮੇਸ਼ਰ ਦੀ ਤਿਆਰੀ ਦਾ ਹਿੱਸਾ ਬਣੀ ਹੈ। ਰੂਥ ਨੂੰ ਇਸ ਬਾਰੇ ਪਹਿਲਾਂ ਕੁਝ ਨਹੀਂ ਪਤਾ ਸੀ। ਸਾਨੂੰ ਵੀ ਆਪਣੇ ਜੀਵਨ ਵਿੱਚ ਪਰਮੇਸ਼ਰ ਦੇ ਆਦੇਸ਼ ਦਾ ਕੁਝ ਪਤਾ ਨਹੀਂ ਹੁੰਦਾ। ਸਾਨੂੰ ਪਰਮੇਸ਼ਰ ਦੇ ਵਫਾਦਾਰ ਆਗਿਆਕਾਰ ਬਣ ਕੇ ਰਹਿਣਾ ਹੈ ਅਤੇ ਦੂਜਿਆਂ ਪ੍ਰਤੀ ਵੀ ਪਿਆਰ ਦਿਖਾਉਣਾ ਹੈ। ਸੋ ਮੇਰੇ ਭੈਣ ਪ੍ਰਭੂ, ਪਲੀਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਅਤੇ ਮੈਨੂੰ ਵੀ ਬਰਕਤਾਂ ਨਾਲ ਭਰਪੂਰ ਕਰੇਗਾ। ਆਮੀਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਜੀ। ਆਪਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਪ੍ਰਭੂ ਜੀ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਤੇ ਅੱਜ ਸਮਝਦਾ ਹੈ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ, ਹਾਲੇਲੂਇਆ ਪ੍ਰਭੂ ਯਿਸੂ, ਧੰਨਵਾਦ ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਪ੍ਰਭੂ ਜੀ। ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆਵਾਂ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਸਾਨੂੰ ਸਭ ਭੈਣ ਭਰਾ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਪ੍ਰਭੂ ਦੇ ਵਚਨ ਸਮਝਣ ਦੇ ਲਈ ਅਕਲ ਦੇਵੇ। ਔਰ ਮੇਰੇ ਭੈਣ ਭਰਾਵਾਂ ਨੂੰ ਅਸੀਂ ਪਾਕ ਅੰਜੀਲ ਸੰਤ ਮਤੀ ਦੀ ਅੰਜੀਲ ਚੈਪਟਰ 23 1 ਤੋਂ 12 ਆਇਤਾਂ, ਸੈਂਟ ਮੈਥਿਊ ਚੈਪਟਰ 23 ਵਰਸਿਸ 1 till 12, Jesus warns against the religious leaders। ਧਰਮ ਗ੍ਰੰਥੀਆਂ ਅਤੇ ਫਰੀਸੀਆਂ ਸੰਬੰਧੀ ਚੇਤਾਵਨਾ। ਫਿਰ ਯਿਸੂ ਨੇ ਭੀੜ ਅਤੇ ਆਪਣਿਆਂ ਚੇਲਿਆਂ ਨੂੰ ਕਿਹਾ, ਧਰਮ ਗ੍ਰੰਥੀ ਅਤੇ ਫਰੀਸੀ ਮੂਸਾ ਦੀ ਗੱਦੀ 'ਤੇ ਬੈਠੇ ਹੋਏ ਹਨ, ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ, ਪਰ ਉਹਨਾਂ ਵਰਗੇ ਕੰਮ ਨਾ ਕਰੋ, ਕਿਉਂਕਿ ਉਹ ਕਹਿੰਦੇ ਕੁਝ ਨੇ ਪਰ ਕਰਦੇ ਕੁਝ ਹੋਰ ਨੇ। ਉਹ ਵੱਡਾ ਭਾਰ ਬੰਨ੍ਹ ਕੇ ਲੋਕਾਂ ਦੇ ਮੋਢਿਆਂ 'ਤੇ ਰੱਖਦੇ ਹਨ, ਪਰ ਆਪ ਉਸੇ ਭਾਰ ਨੂੰ ਦੂਜੀ ਥਾਂ 'ਤੇ ਲੈ ਜਾਣ ਦੇ ਲਈ ਆਪਣੀ ਉਂਗਲੀ ਤੱਕ ਦਾ ਸਹਾਰਾ ਵੀ ਨਹੀਂ ਦੇਣਾ ਚਾਹੁੰਦੇ। ਉਹ ਸਭ ਕੰਮ ਲੋਕਾਂ ਨੂੰ ਦਿਖਾਉਣ ਦੇ ਲਈ ਕਰਦੇ ਹਨ। ਉਹ ਆਪਣੇ ਤਵੀਤਾਂ ਨੂੰ ਚੌੜਾ ਬਣਾਉਂਦੇ ਹਨ ਅਤੇ ਚੋਗਿਆਂ ਨੂੰ ਝਾਲਰਾਂ ਨੂੰ ਲੰਮਾ ਰੱਖਦੇ ਹਨ। ਉਹ ਉਤਸਵਾਂ ਵਿੱਚ, ਪ੍ਰਮੁੱਖ ਥਾਵਾਂ ਅਤੇ ਸਭਾਵਾਂ ਵਿੱਚ ਅਗਲੀਆਂ ਕੁਰਸੀਆਂ ਉੱਤੇ ਬੈਠਣਾ ਪਸੰਦ ਕਰਦੇ ਹਨ। ਉਹ ਬਾਜ਼ਾਰਾਂ ਵਿੱਚ ਨਮਸਕਾਰਾਂ ਲੈਣੀਆਂ ਅਤੇ ਲੋਕਾਂ ਕੋਲੋਂ ਗੁਰੂ ਅਖਵਾਉਣਾ ਪਸੰਦ ਕਰਦੇ ਹਨ, ਪਰ ਤੁਸੀਂ ਕਿਸੇ ਕੋਲੋਂ ਗੁਰੂ ਨਾ ਅਖਵਾਉਣਾ, ਕਿਉਂਕਿ ਤੁਸੀਂ ਸਭੇ ਭਰਾ ਹੋ ਅਤੇ ਤੁਹਾਡਾ ਇੱਕ ਹੀ ਗੁਰੂ ਹੈ। ਇਸੇ ਤਰ੍ਹਾਂ ਤੁਸੀਂ ਇਸ ਧਰਤੀ 'ਤੇ ਕਿਸੇ ਨੂੰ ਆਪਣਾ ਪਿਤਾ ਨਾ ਕਹਿਣਾ, ਕਿਉਂਕਿ ਤੁਹਾਡਾ ਪਿਤਾ ਇੱਕ ਹੀ ਹੈ ਜੋ ਸਵਰਗ ਵਿੱਚ ਹੈ। ਨਾ ਹੀ ਤੁਹਾਨੂੰ ਕੋਈ ਰਾਭਾ ਕਹੇ, ਕਿਉਂਕਿ ਤੁਹਾਡਾ
बराबर एक ही है, अर्थात मसीह। ਤੁਹਾਡੇ ਵਿੱਚ ਜੋ ਸਭ ਤੋਂ ਵੱਡਾ ਹੈ ਉਹ ਸਭ ਦਾ ਸੇਵਾਦਾਰ ਬਣੇ, ਕਿਉਂਕਿ ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਏਗਾ, ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਲੋਕਾਂ ਦੀ ਭੀੜ ਅਤੇ ਆਪਣੇ ਚੇਲਿਆਂ ਨੂੰ ਫਰੀਸੀਆਂ ਅਤੇ ਧਰਮ ਗ੍ਰੰਥੀਆਂ ਦੇ ਰੀਤੀ ਰਿਵਾਜਾਂ ਬਾਰੇ ਚੇਤਾਵਨੀ ਵਾਰਨਿੰਗ ਦੇ ਰਹੇ ਸਨ ਕਿ ਉਹ ਆਪਣੇ ਹੀ ਬਣਾਏ ਹੋਏ ਨਿਯਮਾਂ ਨੂੰ ਪਰਮੇਸ਼ਰ ਦੇ ਨਿਯਮਾਂ ਅਨੁਸਾਰ ਜ਼ਰੂਰੀ ਸਮਝਦੇ ਸਨ। ਉਹਨਾਂ ਦੇ ਕੁਝ ਰਿਵਾਜ ਚੰਗੇ ਨੇਕ ਸਨ, ਕੁਝ ਖਰਾਬ ਵੀ ਨਹੀਂ ਸਨ। ਸਮੱਸਿਆ ਉਸ ਸਮੇਂ ਹੁੰਦੀ ਸੀ ਜਦੋਂ ਉਹ ਆਪਣੇ ਬਣਾਏ ਹੋਏ ਨਿਯਮਾਂ ਨੂੰ ਪਰਮੇਸ਼ਰ ਦੇ ਹੁਕਮਾਂ ਬਰਾਬਰ ਸਮਝਦੇ ਸਨ। ਉਹ ਲੋਕਾਂ ਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦੇ ਸਨ, ਪਰ ਆਪ ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸਨ। ਉਹ ਨਿਯਮਾਂ ਦੀ ਪਾਲਣਾ ਕਰਦੇ ਸਨ, ਪਰ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਨਹੀਂ ਕਰਦੇ ਸਨ। ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਦਿਖਾਵਾ ਕਰਦੇ ਸਨ। ਪ੍ਰਭੂ ਯਿਸੂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਜੋ ਕੁਝ ਵੀ ਉਹ ਸਿੱਖਿਆ ਦਿੰਦੇ ਸਨ, ਪਰ ਸਭ ਕੁਝ ਧਰਮ ਪਖੰਡੀਆਂ ਵਾਂਗ ਸਿੱਖਿਆ ਦਿੰਦੇ ਸਨ, ਜਿਸ ਤਰ੍ਹਾਂ ਪਖੰਡੀ ਲੋਕ ਸਿੱਖਿਆ ਦਿੰਦੇ ਸਨ। ਉਹ ਧਰਮੀ ਲੋਕ ਚਮੜੇ ਦੇ ਤਵੀਤਾਂ ਨੂੰ ਆਪਣੇ ਮੱਥਿਆਂ ਅਤੇ ਬਾਹਾਂ ਉੱਤੇ ਪਹਿਨਦੇ ਸਨ, ਜਿਨ੍ਹਾਂ ਉੱਪਰ ਨਿਯਮ ਸ਼ਾਸਤਰ ਦੀਆਂ ਆਇਤਾਂ ਲਿਖੀਆਂ ਹੁੰਦੀਆਂ ਸਨ। ਦਿਖਾਵਾ ਕਰਦੇ ਸਨ ਕਿ ਉਹ ਪਰਮੇਸ਼ਰ ਦੇ ਨਿਯਮਾਂ ਨੂੰ ਮੰਨਦੇ ਹਨ। ਅਸੀਂ ਪੜ੍ਹ ਸਕਦੇ ਹਾਂ ਵਿਵਸਥਾ ਸਾਰ ਚੈਪਟਰ 6 8 ਆਇਤ, ਕੂਚ ਦਾ ਗ੍ਰੰਥ ਚੈਪਟਰ 13 9 ਅਤੇ 16 ਆਇਤਾਂ ਵਿੱਚ, ਡਿਟਰੋਨੋਮੀ ਚੈਪਟਰ 6 verse 8, Exodus chapter 13 verses 9 and 16। ਪਖੰਡੀ ਧਾਰਮਿਕ ਫਰੀਸੀ ਤਵੀਤਾਂ ਦੀਆਂ ਆਇਤਾਂ ਦੀ ਸੱਚਾਈ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਮਹੱਤਵਪੂਰਨ, ਮੋਰ ਇੰਪੋਰਟੈਂਟ ਸਮਝਦੇ ਸਨ। ਪ੍ਰਭੂ ਯਿਸੂ ਨੇ ਫਿਰ ਧਾਰਮਿਕ ਲੀਡਰਾਂ ਦੇ ਪਖੰਡੀ ਚਾਲਾਂ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕੀਤਾ ਕਿ ਉਹ ਪਰਮੇਸ਼ਰ ਦੇ ਨਿਯਮ ਦੀਆਂ ਆਇਤਾਂ ਨੂੰ ਜਾਣਦੇ ਸਨ, ਪਰ ਉਹਨਾਂ ਉੱਪਰ ਆਪ ਅਮਲ ਨਹੀਂ ਕਰਦੇ ਸਨ। ਉਹ ਲੋਕਾਂ ਕੋਲੋਂ ਪ੍ਰਸ਼ੰਸਾ ਅਤੇ ਵਡਿਆਈ ਕਰਾਉਣਾ ਅਤੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਸਨ, ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਦੇ ਸਨ, ਜ਼ਿਆਦਾ ਦਿਖਾਵਾ ਕਰਦੇ ਸਨ। ਅੱਜ ਦੇ ਸਮੇਂ ਵੀ ਸਾਡੇ ਕੁਝ ਬਹੁਤ ਸਾਰੇ ਭੈਣ ਭਰਾ ਲੋਕ ਕਹਿੰਦੇ ਹਨ ਕਿ ਅਸੀਂ ਸਭ ਪਵਿੱਤਰ ਬਾਈਬਲ ਬਾਰੇ ਜਾਣਦੇ ਹਾਂ। ਉਹ ਦੂਜਿਆਂ ਨੂੰ ਆਪਣੇ ਆਪ ਤੋਂ ਨੀਵਾਂ ਸਮਝਦੇ ਹਨ। ਉਹ ਕਹਿੰਦੇ ਅਸੀਂ ਪ੍ਰਭੂ ਯਿਸੂ ਬਾਰੇ ਲੰਮੇ ਸਮੇਂ ਤੋਂ ਜਾਣਦੇ ਹਾਂ, ਪਰ ਉਹ ਪ੍ਰਭੂ ਦੇ ਪਿਆਰ ਦੇ ਨਿਯਮ ਨੂੰ ਨਹੀਂ ਸਮਝਦੇ, ਪਰਮੇਸ਼ਰ ਦੇ ਵਚਨਾਂ ਉੱਪਰ ਨਹੀਂ ਚੱਲਦੇ। ਮੇਰੇ ਪ੍ਰਭੂ ਦੇ ਭੈਣੋ, ਸਾਨੂੰ ਆਪਣੇ ਵਿਸ਼ਵਾਸ ਦੇ ਅਨੁਸਾਰ ਹੀ ਕੰਮ, ਬੋਲ ਚਾਲ ਅਤੇ ਸਾਡਾ ਰਹਿਣ ਸਹਿਣ ਹੋਣਾ ਚਾਹੀਦਾ ਹੈ। ਲੋਕਾਂ ਦੀ ਇੱਛਾ ਕੇਵਲ ਬਿਜ਼ਨਸ ਵਿੱਚ ਨਹੀਂ ਕਿ ਉਹ ਉੱਚੀ ਪਦਵੀ ਪ੍ਰਾਪਤ ਕਰਨ, ਸਗੋਂ ਚਰਚ ਵਿੱਚ ਵੀ ਉੱਚੀ ਪਦਵੀ ਲੈਣ ਦੇ ਚਾਹਵਾਨ ਹੁੰਦੇ ਹਨ, ਪਰ ਇਹ ਸਿਰਫ ਪਰਮੇਸ਼ਰ ਦੇ ਵਫਾਦਾਰ ਹੋਣ ਕਾਰਨ ਹੋਣੇ ਚਾਹੀਦੇ ਹਨ। ਸਾਨੂੰ ਫਰੀਸੀ ਅਤੇ ਧਾਰਮਿਕ ਨਿਯਮਾਂ ਦੀ ਸਿੱਖਿਆ ਦੇਣ ਵਰਗੇ ਨਹੀਂ ਬਣਨਾ। ਪਰ ਯਿਸੂ ਉਹਨਾਂ ਦੀ ਨਿੰਦਿਆ ਕਰਦੇ ਸਨ ਕਿਉਂਕਿ ਉਹ ਦੂਜਿਆਂ ਲੋਕਾਂ ਦੀ ਸੇਵਾ ਅਤੇ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਸਨ। ਉਹ ਸਿਰਫ ਆਪਣਾ ਹੀ ਸੋਚਦੇ ਸਨ। ਪਰ ਯਿਸੂ ਵੱਲੋਂ ਕਹਿਣਾ ਕਿ ਸੇਵਾ ਕਰਨ ਦੁਆਰਾ ਹੀ ਮਹਾਨਤਾ ਅਤੇ ਵਡਿਆਈ ਮਿਲਦੀ ਹੈ। ਪਰਮੇਸ਼ਰ ਦੀ ਅਤੇ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਅਤੇ ਮਦਦ ਕਰਨਾ ਜ਼ਰੂਰੀ ਹੈ। ਸੇਵਾ ਹੀ ਸਾਨੂੰ ਦੂਜਿਆਂ ਦੀਆਂ ਲੋੜਾਂ ਤੋਂ ਜਾਣੂ ਕਰਾਉਂਦੀ ਹੈ। ਪਰ ਯਿਸੂ ਇਸ ਸੰਸਾਰ ਵਿੱਚ ਸੇਵਾਦਾਰ ਬਣ ਕੇ ਆਏ ਸਨ। ਉਹ ਸੇਵਾ ਕਰਾਉਣ ਲਈ ਨਹੀਂ, ਸਗੋਂ ਸੇਵਾ ਕਰਨ ਲਈ ਆਏ ਸਨ। ਸੋ ਮੇਰੇ ਪ੍ਰਭੂ ਦੇ ਭੈਣੋ, ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ, ਦੂਸਰੇ ਆਪਣੇ ਭੈਣ ਭਰਾਵਾਂ ਦੀ ਮਦਦ ਕਰੋ, ਉਹਨਾਂ ਉੱਪਰ ਦਇਆ ਕਰੋ, ਉਹਨਾਂ ਨੂੰ ਪਿਆਰ ਕਰੋ, ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਨੀਵਾਂ ਅਤੇ ਦੀਨ ਸਮਝੋ। ਪਰਮੇਸ਼ਰ ਆਪ
ਸਭ ਨੂੰ ਉੱਚਾ ਕਰੇਗਾ। ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਪ੍ਰਾਰਥਨਾ ਕਰਦੇ ਰਹੋ। ਪ੍ਰਭੂ ਪਰਮੇਸ਼ਰ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪਰ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ। ਅਸੀਂ ਆਪਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਵਕਤ ਦੇ ਸਮੇਂ ਲਈ, ਅੱਜ ਦੇ ਵਚਨਾਂ ਲਈ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ। ਜਿੰਨੇ ਅਸੀਂ ਭੈਣ ਭਰਾ ਦੇ ਉੱਪਰ ਵਿਸ਼ਵਾਸ ਕਰਦੇ ਨੇ, ਇੱਛਾ ਕਰਦੇ, ਆਪ ਨੂੰ ਪਿਆਰ ਕਰਦੇ ਪ੍ਰਭੂ ਯਿਸੂ ਜੀ, ਸਾਨੂੰ ਵੀ ਪਵਿੱਤਰ ਆਤਮਾ ਦੀ ਪ੍ਰੇਰਨਾ ਦਿਓ, ਪਵਿੱਤਰ ਆਤਮਾ ਦੀ ਸ਼ਕਤੀ ਦਿਓ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਆਪਦੇ ਨਾਮ ਦੀ ਮਹਿਮਤ ਅਤੇ ਵਡਿਆਈ ਕਰੀਏ, ਆਪ ਨੂੰ ਪਿਆਰ ਕਰੀਏ, ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰੀਏ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਭ ਭੈਣ ਭਰਾ ਮਿਲ ਕੇ ਪ੍ਰਭੂ ਦੇ ਪਿੱਤਰ ਚਰਨ 'ਚ ਦੁਆ ਕਰੀਏ, ਬੇਨਤੀ ਕਰੀਏ, ਉਸ ਦਾ ਧੰਨਵਾਦ ਕਰੀਏ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ, ਹਾਲੇਲੂਇਆ, ਹਾਲੇਲੂਇਆ, hallelujah. Thank you, mighty God. Thank you, Heavenly Father. We worship you. You are the creator of heaven and earth. Glory to you, Lord Jesus. Thank you, Jesus. ਧੰਨਵਾਦ ਪ੍ਰਭੂ ਯਿਸੂ। Praise the Lord Jesus. Thank you, Jesus. We love you, Lord Jesus. We trust you, believe in you, Lord Jesus. You are the Savior of the whole world, Lord Jesus. Thank you, Jesus. Thank you, Jesus. We pray to you, Lord Jesus. Protect all of us. Bless all of us, Lord Jesus. Thank you, Jesus. Praise the Lord Jesus. Thank you, ਪਿਤਾ ਪਰਮੇਸ਼ਰ। Thank you, ਪਿਤਾ ਪਰਮੇਸ਼ਰ। ਪੂਰੀ ਕੁਦਰਤ ਜ਼ਮੀਨ ਦੇ ਅਸਮਾਨ ਦੇ ਪੈਦਾ ਕਰਨ ਵਾਲੇ ਸਰਵਸ਼ਕਤੀਮਾਨ ਸਾਡੇ ਮੁਕਤੀ ਦਾ ਯਿਸੂ ਮਸੀਹ, ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਅੱਜ ਦੇ ਵਕਤ ਦੇ ਸਮੇਂ ਲਈ, ਅੱਜ ਦੇ ਵਚਨਾਂ ਦੀ ਧੰਨਵਾਦ ਕਰਦੇ ਪ੍ਰਭੂ ਯਿਸੂ। ਜਿੰਨੇ ਵੀ ਅਸੀਂ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀ ਕਰਦੇ, ਸਾਡੇ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਯਿਸੂ ਜੀ। ਆਸ਼ੀਰਵਾਦ ਬਰਕਤਾਂ ਨਾਲ ਭਰਪੂਰ ਕਰਨਾ ਯਿਸੂ ਜੀ। ਤੁਸੀਂ ਜਿਉਂਦੇ ਹੋ, ਹਮੇਸ਼ਾ ਹਮੇਸ਼ਾ ਜਿਉਂਦੇ ਪ੍ਰਭੂ ਯਿਸੂ ਜੀ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਹਾਲੇਲੂਇਆ ਯਿਸੂ ਨਾਸੀ, ਤੁਸੀਂ ਸਵਰਗੀ ਰੋਟੀ ਹੋ ਪ੍ਰਭੂ ਯਿਸੂ ਨਾਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸੰਸਾਰ ਦੀ ਜੋਤ ਹੋ ਪ੍ਰਭੂ ਯਿਸੂ ਨਾਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਪ੍ਰਭੂ ਯਿਸੂ, ਆਪਦੇ ਵਚਨ ਸੱਚੇ ਨੇ, ਪਵਿੱਤਰ ਧੰਨ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ ਯਿਸੂ ਨਾਸੀ। ਪ੍ਰਭੂ ਯਿਸੂ, ਤੁਸੀਂ ਅਗੇ ਧੰਨ ਉਹ ਲੋਕ ਜੋ ਦਇਆਵਾਨ ਹਨ, ਪਰਮੇਸ਼ਰ ਉਹਨਾਂ ਤੇ ਦਇਆ ਕਰੇਗਾ। ਹਾਲੇਲੂਇਆ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ ਜੀ। ਅਸੀਂ ਆਪਦੇ ਵਚਨਾਂ ਤੇ ਯਕੀਨ ਕਰਦੇ, ਵਿਸ਼ਵਾਸ ਕਰਦੇ, ਇੱਛਾ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਤੁਸੀਂ ਸਾਡੇ ਸਵਰਗੀ ਡਾਕਟਰ ਹੋ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ, ਅਸੀਂ ਵਿਸ਼ਵਾਸ ਕਰਦੇ, ਦੁਆ ਕਰਦੇ, ਬੇਨਤੀ ਕਰਦੇ ਹਾਂ ਕਿ ਸਾਡੇ ਭੈਣ ਭਰਾ ਘਰਾਂ ਵਿੱਚ ਬਾਹਰ ਹਨ, ਹਸਪੀਟਲ 'ਚ ਬਾਹਰ ਪ੍ਰਭੂ ਯਿਸੂ ਜੀ। ਪਲੀਜ਼ ਉਹਨਾਂ ਤੇ ਰਹਿਮ ਕਰਨਾ, ਦਇਆ ਕਰਨੀ, ਉਹਨਾਂ ਦੀ ਸਭ ਬਿਮਾਰੀਆਂ ਤੋਂ ਉਹਨਾਂ ਸ਼ਿਫਾ ਦੇਣੀ, ਤੰਦਰੁਸਤੀ ਚੰਗਾਈ ਦੇਣੀ ਪ੍ਰਭੂ ਯਿਸੂ ਜੀ। ਸਾਡੇ ਭਰਾ ਪਾਸਟਰ ਹਰਬੰਸ ਲਈ ਦੁਆ ਕਰਦੇ ਹਾਂ, ਪਲੀਜ਼ ਜੋ ਵੀ ਉਸਦੇ ਸਰੀਰ 'ਚ ਕਮਜ਼ੋਰੀ ਹੈ, ਦੁੱਖ ਤਕਲੀਫ, ਤੁਸੀਂ ਜਾਣਦੇ ਹੋ, ਪਲੀਜ਼ ਪ੍ਰਭੂ ਯਿਸੂ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ, ਉਸ ਦੀ ਬਿਮਾਰੀ ਤੋਂ ਉਹਨੂੰ ਸ਼ਿਫਾ ਦਿਓ, ਤੰਦਰੁਸਤੀ ਚੰਗਾਈ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ ਯਿਸੂ ਨਾਸੀ। ਪ੍ਰਭੂ ਯਿਸੂ, ਅਸੀਂ ਆਪਦੇ ਦੁਆ ਕਰਦੇ, ਸਾਡੇ ਭਰਾ ਕੋਈ ਕਰੋਨਾ ਦੇ ਨਾਲ ਬਿਮਾਰ ਹਨ, ਪੀੜਤ ਹਨ, ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਆਪਦੇ ਦੁਆ ਕਰਦੇ ਹਾਂ, ਸਾਡੇ ਭਰਾ ਇੱਕ ਇੰਡੀਆ ਵਿੱਚ ਪ੍ਰਭੂ ਉਸ ਦੇ ਪੈਰ ਵਿੱਚ ਬਹੁਤ ਗੰਭੀਰ ਜ਼ਖਮ ਹੈ ਪ੍ਰਭੂ ਯਿਸੂ ਜੀ। ਪਲੀਜ਼ ਪ੍ਰਭੂ ਯਿਸੂ ਉੱਤੇ ਰਹਿਮ ਕਰੋ, ਦਇਆ ਕਰੋ, ਉਸ ਦੇ ਜੋ ਵੀ ਪੈਰ ਤੇ ਜ਼ਖਮ ਹੈ ਪ੍ਰਭੂ ਯਿਸੂ, ਪਲੀਜ਼ ਉਸ ਨੂੰ ਆਰਾਮ ਦਿਓ, ਤੰਦਰੁਸਤੀ ਚੰਗਾਈ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਦੁਆ ਕਰਦੇ ਹਾਂ ਨਰਸਾਂ, ਡਾਕਟਰਾਂ ਲਈ, ਹਸਪੀਟਲ 'ਚ ਕੰਮ ਕਰਨ ਭੈਣ ਭਰਾਵਾਂ ਪ੍ਰਭੂ ਯਿਸੂ, ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਉਹਨਾਂ ਨੂੰ ਖਾਣ ਵੀ ਦਿੰਦੇ ਹਨ, ਉਹਨਾਂ ਦੇ ਕੱਪੜੇ ਚੇਂਜ ਕਰਨ ਪ੍ਰਭੂ ਯਿਸੂ। ਪਲੀਜ਼ ਪ੍ਰਭੂ ਯਿਸੂ, ਉਹਨਾਂ ਤੇ ਰਹਿਮ ਕਰ, ਦਇਆ ਕਰਨੀ, ਪਵਿੱਤਰ ਆਤਮਾ ਅਗਵਾਈ ਕਰਨੀ, ਹਰ ਬਿਮਾਰੀ ਤੋਂ ਬਚਾ ਰੱਖਣਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯਿਸੂ ਨਾਲ ਅਸੀਂ ਦੁਆ ਕਰਦੇ ਹਾਂ, ਗਰੀਬ ਲੋੜਾਂ ਦੇ ਭੈਣ ਭਰਾਵਾਂ ਦਾ ਯਿਸੂ ਨਾਲ ਅਸੀਂ ਉਹਨਾਂ ਜ਼ਰੂਰਤਾਂ ਲੋੜਾਂ ਪੂਰਾ ਕਰਨਾ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਸਭ ਦੀ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਉਹਨਾਂ ਦੇ ਕੰਮਾਂ ਕਾਰਾਂ 'ਚ ਬਰਕਤ ਦੇਣੀ, ਉਹਨਾਂ ਘਰ ਵਿੱਚ ਸ਼ਾਂਤੀ ਦੇਣੀ, ਉਹਨਾਂ ਬੱਚੇ ਦੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਦੁਆ ਕਰਦੇ ਹਾਂ ਵਿਧਵਾ ਭੈਣਾਂ ਦੇ ਯਤੀਮ ਬੱਚਿਆਂ ਲਈ, ਉਹਨਾਂ ਦੇ ਸਾਥੀਆਂ ਦੀ ਮਦਦ ਕਰਾਉਣੀ ਪ੍ਰਭੂ ਯਿਸੂ ਜੀ। ਪਵਿੱਤਰ ਆਤਮਾ ਦੀ ਅਗਵਾਈ ਕਰਨੀ, ਉਹਨਾਂ ਜ਼ਰੂਰਤਾਂ ਲੋੜਾਂ ਪੂਰਾ ਕਰਨਾ, ਹਰ ਬਿਮਾਰੀ ਤੋਂ ਬਚਾ ਕਰਨਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹੈ ਪ੍ਰਭੂ ਯਿਸੂ, ਅਸੀਂ ਆਪਦੇ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਜੇ ਸਾਡੇ ਭੈਣਾਂ ਦੇ ਕੋਲ ਲੰਮੇ ਸਮੇਂ ਤੋਂ ਬੱਚਿਆਂ ਦੀ ਔਲਾਦ ਨਹੀਂ ਹੈ ਪ੍ਰਭੂ ਯਿਸੂ ਜੀ, ਪਲੀਜ਼ ਉਹਨਾਂ ਤੇ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਤੇ ਰਹਿਮ ਕਰੋ, ਦਇਆ ਕਰੋ, ਉਹਨਾਂ ਬੱਚਿਆਂ ਦਾ ਵਰਦਾਨ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ ਯਿਸੂ ਨਾਸੀ, ਤੇਰਾ ਨਾਮ ਪਵਿੱਤਰ ਸ਼ੁੱਧ ਹੈ। ਅਸੀਂ ਆਪਦੇ ਦੁਆ ਕਰਦੇ ਹਾਂ, ਜੇ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਬਿਸ਼ਪ ਲੋਕ ਹਨ, ਫਾਦਰ ਲੋਕ, ਸਿਸਟਰਸ, ਪਾਸਟਰ ਲੋਕ, ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਵਧਾਉਂਦੇ ਹਨ, ਫੈਲਾਉਂਦੇ ਹਨ, ਆਦਾ ਵਚਨ ਪੜ੍ਹ ਕੇ ਦੂਸਰਿਆਂ ਸੁਣਦੇ ਹਨ। ਜੇ ਸਾਡੇ ਭੈਣ ਭਰਾ ਹਨੇਰੇ ਵਿੱਚ ਹਨ, ਪ੍ਰਭੂ ਯਿਸੂ, ਉਹਨਾਂ ਸਭ ਨੂੰ ਆਦੇ ਚਰਨ ਵਿੱਚ ਲਿਆ ਕਰੋ ਯਿਸੂ ਨਾਸੀ। ਜਦੋਂ ਵੀ ਸਾਡੇ ਭੈਣ ਭਰਾ ਆਪਦਾ ਵਚਨ, ਆਪਦਾ ਪ੍ਰਚਾਰ ਕਰਨ ਯਿਸੂ, ਪਵਿੱਤਰ ਆਤਮਾ ਇਹਨਾਂ ਦੀ ਅਗਵਾਈ ਕਰਨੀ, ਪਵਿੱਤਰ ਆਤਮਾ ਰਾਹੀਂ ਉਹਨਾਂ ਦੇ ਮੂੰਹ 'ਚ ਚੰਗੇ ਚੰਗੇ ਵਚਨ ਦੇਣੇ, ਲੋਕ ਵਿਸ਼ਵਾਸ ਕਰਨ ਕਿ ਤੁਸੀਂ ਪ੍ਰਭੂ, ਤੁਸੀਂ ਪਰਮੇਸ਼ਰ ਹੋ, ਤੁਸੀਂ ਆਦੋ ਅੰਤ ਹੋ, ਤੁਸੀਂ ਪਹਿਲੇ ਤੇ ਅਖੀਰ ਹੋ, ਤੁਸੀਂ ਆਉਣੇ ਵਾਲੇ ਹੋ ਯਿਸੂ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ ਯਿਸੂ ਨਾਸੀ। ਅਸੀਂ ਵਿਸ਼ਵਾਸ ਕਰਕੇ ਆਪਦੇ ਅੱਗੇ ਦੁਆ ਕਰਦੇ ਹਾਂ, ਬੇਨਤੀ ਕਰਦੇ ਯਿਸੂ, ਜੇ ਸਾਡੇ ਭੈਣ ਭਰਾ ਨੇ ਪ੍ਰਾਰਥਨਾ ਕਰਨ ਲਈ ਆਖਿਆ, ਜੋ ਵੀ ਉਹਨਾਂ ਦੀ ਜ਼ਰੂਰਤਾਂ ਲੋੜਾਂ ਉਹਨਾਂ ਨੂੰ ਪੂਰਾ ਕਰਨਾ ਯਿਸੂ, ਜੋ ਵੀ ਉਹਨਾਂ ਦੁੱਖ ਤਕਲੀਫ ਮੁਸ਼ਕਿਲਾਂ ਹਨ, ਪਰੇਸ਼ਾਨੀਆਂ ਹਨ, ਉਹਨਾਂ ਨੂੰ ਦੂਰ ਕਰਨਾ ਯਿਸੂ ਜੀ। ਉਹਨਾਂ ਦੇ ਘਰਾਂ ਵਿੱਚ ਸ਼ਾਂਤੀ ਦੇਣੀ, ਉਹਨਾਂ ਦੇ ਬੱਚੇ ਦੇ ਰਹਿਮ ਕਰਨਾ, ਦੇ ਕੰਮਾਂ ਕਾਰਾਂ 'ਚ ਬਰਕਤ ਦੇਣਾ, ਉਹਨਾਂ ਦੇ ਘਰਾਂ ਦੇ ਇਰਦ ਗਿਰਦ ਆਪਦੇ ਦੂਤਾਂ ਪੈਰੇ ਰੱਖਣਾ, ਹਰ ਸ਼ੈਤਾਨ ਤੋਂ ਬਚਾ ਕੇ ਰੱਖਣਾ, ਹਰ ਬਿਮਾਰੀ ਤੋਂ ਬਚਾ ਕੇ ਰੱਖਣਾ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਸਾਡੇ ਸਭ ਭੈਣ ਭਰਾਵਾਂ ਦੇ ਰਹਿਮ ਕਰਨਾ, ਦਇਆ ਕਰਨੀ, ਸਾਡੇ ਵਿਸ਼ਵਾਸ ਨੂੰ ਵਧਾ ਕੇ ਰੱਖਣਾ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਥੈਂਕ
ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਜ਼ੀ ਸਾਡੇ ਸਭ ਭੈਣ ਭਰਾਵਾਂ ਨੂੰ ਆਪਦੇ ਵਿਸ਼ਵਾਸ 'ਚ ਪੱਕੇ ਰੱਖਣਾ, ਸਾਨੂੰ ਅਕਲ ਤੇ ਬੁੱਧੀ ਗਿਆਨ ਦੇਣਾ, ਪਵਿੱਤਰ ਆਤਮਾ ਦੀ ਅਗਵਾਈ ਕਰਨੀ, ਸਾਨੂੰ ਆਪਸ ਵਿੱਚ ਪਿਆਰ ਕਰਨਾ ਸਿਖਾਉਣਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਜੀ। ਦੁਆ ਕਰਦੇ ਹਾਂ ਜੀ ਸਾਡੇ ਭੈਣ ਭਰਾ ਡਰੱਗਾਂ ਦਾ ਨਸ਼ਾ ਕਰਦੇ ਪ੍ਰਭੂ ਯਿਸੂ ਜੀ, ਪਲੀਜ਼ ਉਹਨਾਂ ਨੂੰ ਚੰਗੀਆਂ ਸੋਚ ਵਿਚਾਰ ਦਿਓ ਪ੍ਰਭੂ ਯਿਸੂ ਜੀ, ਬੁਰੀਆਂ ਆਦਤਾਂ ਤੋਂ ਬਚਾ ਕਰੋ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਉਹ ਜਗ੍ਹਾ ਉਹ ਘਰ ਧਨ ਹੈ ਜਿੱਥੇ ਆਪਦਾ ਵਚਨ ਪੜ੍ਹ ਜਾਂਦਾ, ਆਪਦਾ ਨਾਮ ਲੈ ਜਾਂਦਾ ਪ੍ਰਭੂ ਯਿਸੂ ਜੀ। ਸਭ ਤੇ ਰਹਿਮ ਦਇਆ ਕਰੀ, ਕਿਰਪਾ ਕਰਨੀ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਜਿੰਨੇ ਵੀ ਭੈਣ ਭਰਾ ਦਾ ਵਚਨ ਪੜ੍ਹ ਰਹੇ ਸੁਣ ਰਹੇ ਆਪਦੇ ਅੱਗੇ ਦੁਆਵਾਂ ਕਰਦੇ ਆ, ਬੇਨਤੀ ਹੈ ਪ੍ਰਭੂ ਯਿਸੂ ਜੀ ਸਾਡੇ ਵੀ ਸਿਰ 'ਚ ਕੋਈ ਦੁੱਖ ਤਕਲੀਫ ਕਮਜ਼ੋਰੀ ਹੈ ਪ੍ਰਭੂ ਯਿਸੂ ਆਪਦੇ ਪਿਤਾ ਨਾਲ ਸ਼ੁ ਕੇ ਸਾਨੂੰ ਤੰਦਰੁਸਤੀ ਚੰਗਾ ਦੇਣੇ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਜ਼ੀ ਤੇਰਾ ਨਾਮ ਪਵਿੱਤਰ ਤੇਰਾ ਸ਼ੁੱਧ ਹੈ ਯਿਸੂ ਜੀ। ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਜ਼ੀ ਤੇਰਾ ਨਾਮ ਪਵਿੱਤਰ ਤੇਰਾ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ ਤੁਸੀਂ ਸਭ ਦੀ ਦੁਆ ਸੁਣਦੇ ਹੋ, ਸਾਡੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ, ਆਮੀਨ ਹਾਲੇਲੂਇਆ। ਥੈਂਕ ਯੂ ਜੀਸਸ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਸਿਖਾਈ ਪ੍ਰਾਰਥਨਾ ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੇ ਰੋਜ਼ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ ਕੁਦਰਤ ਚਲਾ ਸਦਾ ਤੇ ਹਮੇਸ਼ਾ ਆਪਦੇ ਹਨ, ਆਮੀਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਮਾਂ ਮਰੀਮ, ਸੰਤ ਮਾਂ ਟਰੀਜ਼ਾ, ਸੰਜੂਸ, ਸਾਰੇ ਸੰਤਾਂ ਦੇ ਫਰਿਸ਼ਤਿਆਂ ਨੂੰ ਅਸੀਂ ਸਪਰਸ਼ ਕਰਦੇ ਹਾਂ, ਪ੍ਰਾਰਥਨਾ ਕਰਨ ਲਈ ਆਖਦੇ ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਉਹਨਾਂ ਸਭ ਭੈਣ ਭਰਾਵਾਂ ਲਈ ਜਿਹੜੇ ਗੰਭੀਰ ਬਿਮਾਰੀਆਂ ਦੇ ਨਾਲ ਘਰਾਂ ਵਿੱਚ ਬਿਮਾਰ ਹਨ ਜਾਂ ਹੌਸਪੀਟਲ 'ਚ ਬਿਮਾਰ ਹਨ। ਪਲੀਜ਼ ਪ੍ਰਭੂ ਯਿਸੂ ਉਹਨਾਂ ਸਭ 'ਤੇ ਰਹਿਮ ਕਰੇ, ਦਇਆ ਕਰੇ, ਉਹਨਾਂ ਨੂੰ ਤੰਦਰੁਸਤੀ ਚੰਗਿਆਈ ਬਖਸ਼ੇ, ਆਮੀਨ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਸਲਾਮੇ ਮਰੀਮ ਫਰੀਨਾ ਪਰੀ ਖੁਦਾਵੰਦ ਤੇ ਨਾਲ ਹੈ, ਔਰਤਾਂ ਵਿੱਚੋਂ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐਜ਼ਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਬੇਟਾ ਤਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਏਗੀ, ਆਮੀਨ। ਐਵੇਂ ਨੇਤ ਮਿਹਰਬਾਨ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਜਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਹਾਲੇਲੂਇਆ। ਥੈਂਕ ਯੂ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਕਿਰਪਾ ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਵਿੱਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ, ਆਮੀਨ। ਗੋਡ ਬਲੈਸ ਯੂ। ਬਾਪ ਬੇਟਾ ਤਰੂਪਾ ਦੇ ਨਾਮ ਤੇ, ਆਮੀਨ। ਇਨ ਦ ਨੇਮ ਆਫ ਫਾਦਰ, ਸਨ ਐਂਡ ਦ ਹੋਲੀ ਸਪਿਰਿਟ, ਆਮੀਨ।